ਸਾਧਾਰਨ ਖੁਸ਼ੀ ਦੇ ਪਾਠ ਦੋਹਰਾ। ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ। 10 ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਦੀ ਜਾਨ। ਦੋਹਰਾ ਬਾਤ ਕਰਨ ਗੁਰ ਸੋ ਚਾਹੈ, ਪੜ੍ਹੇ ਗ੍ਰੰਥ ਮਨ ਲਾਏ। ਗੁਰ ਦਰਸ਼ਨ ਜੇ ਦੇਖਣਾ, ਸ੍ਰੀ ਗੁਰੂ ਗ੍ਰੰਥ ਦਰਸਾਏ। ਦੋਹਰਾ ਧਾਰ ਪ੍ਰੇਮ ਗੁਰੂ ਗ੍ਰੰਥ ਕਾ, ਪਾਠ ਕਰੇ ਮਨ ਲਾਏ। ਰਾਗ ਮਾਲਾ ਪੜ ਪ੍ਰੇਮ ਸੋ, ਭੋਗ ਜਪਜੀ ਤੇ ਪਾਏ। ਖੁਸ਼ੀ ਦਾ ਪਾਠ ਕਰਕੇ ਭੋਗ ਤੇ ਦੇ ਸਲੋਕ ਮੁੰਦਾਵਣੀ ਰਾਗ ਮਾਲਾ ਪੜ੍ਹ ਕੇ ਜਪਜੀ ਸਾਹਿਬ ਦੁਬਾਰਾ ਪੜ੍ਹਨਾ। ਖੁਸ਼ੀ ਦਾ ਸਧਾਰਨ ਪਾਠ ਖੁਸ਼ੀ ਨਾਲ ਜਿੰਨੇ ਦਿਨਾਂ ਵਿੱਚ ਚਾਹੇ ਕਰੋ। ਪਾਠ ਆਰੰਭ ਕਰਨ ਵਕਤ ਕੜਾਹ ਪ੍ਰਸ਼ਾਦ ਲਿਆ ਕੇ ਆਨੰਦ ਸਾਹਿਬ ਸਾਰਾ ਪੜ੍ਹਨਾ ਹੈ, ਕੀਰਤਨ ਕਰਨਾ। ਅਰਦਾਸ ਕਰਕੇ ਸ਼੍ਰੀ ਮੁਖ ਵਾਕ ਲੈ ਕੇ ਪ੍ਰਾਰੰਭ ਕਰ ਦੇਣਾ। 5 ਪੌੜੀਆਂ ਜਪਜੀ ਸਾਹਿਬ ਪੜ੍ਹ ਕੇ ਪ੍ਰਸ਼ਾਦ ਵਰਤਾ ਦੇਣਾ ਤੇ ਸਾਰਾ ਪਾਠ ਪ੍ਰੇਮ ਨਾਲ ਉੱਚੀ ਸੁਰ ਨਾਲ ਕਰਨਾ ਤੇ ਸਭ ਨੇ ਪ੍ਰੇਮ ਨਾਲ ਸੁਣਨਾ। ਭੋਗ ਵਕਤ 9ਵੇਂ ਪਾਤਸ਼ਾਹੀ ਦੇ ਸਲੋਕਾਂ ਤੇ ਕੜਾਹ ਪ੍ਰਸ਼ਾਦ ਲਿਆ ਕੇ ਆਨੰਦ ਸਾਹਿਬ ਦਾ ਪਾਠ ਦੇਗ ਤੇ ਕਰਨਾ ਤੇ ਭੋਗ ਰਾਗ ਮਾਲਾ ਸਹਿਤ ਪਾ ਕੇ ਜਪਜੀ 5 ਪੌੜੀਆਂ ਤੇ ਸਲੋਕ ਪੜ੍ਹ ਕੇ ਅਰਦਾਸ ਕਰਨੀ ਹੈ, ਸ਼ਬਦ ਕੀਰਤਨ ਕਰਨਾ। ਸਾਧਾਰਨ ਪਾਠ ਖੁਸ਼ੀ ਨਾਲ ਕੀਤੇ ਜਾਂਦੇ ਹਨ। ਦੁੱਖਾਂ ਵਿਘਨਾਂ ਦੀ ਨਿਵਰਤੀ ਵਾਸਤੇ ਕੀਤੇ ਜਾਂਦੇ ਹਨ ਤੇ ਸੁਖ ਦੀ ਪ੍ਰਾਪਤੀ ਵਾਸਤੇ ਕੀਤੇ ਜਾਂਦੇ ਹਨ। ਪਾਠ ਸਿੱਖਣ ਵਾਸਤੇ ਕਿਸੇ ਤੋਂ ਪੜ੍ਹਨਾ ਇਹ ਵੀ ਸਾਧਾਰਨ ਪਾਠ ਹੈ। ਇਸੇ ਤਰ੍ਹਾਂ ਬੱਚੇ ਦੇ ਜਨਮ ਦੀ ਖੁਸ਼ੀ ਦਾ ਸਾਧਾਰਨ ਪਾਠ। ਬੱਚੇ ਦੇ ਜਨਮ ਤੋਂ ਬਾਅਦ ਇਸ਼ਨਾਨ ਕਰਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਅੰਮ੍ਰਿਤ ਛਕਾਉਣਾ ਤੇ ਫਿਰ ਸਾਧਾਰਨ ਪਾਠ ਆਰੰਭ ਕਰ ਦੇਣਾ, ਜੋ ਪ੍ਰੇਮ ਨਾਲ ਉੱਚੀ ਸੁਰ ਵਿੱਚ ਪੜ੍ਹਨਾ, ਜਿਸ ਕਰਕੇ ਆਵਾਜ਼ ਬੱਚੇ ਦੇ ਤਾਈਂ ਸੁਣਦੀ ਰਹੇ। ਕੁੰਭ ਨਰੇਲ ਧੂਪ ਆਦਿਕ ਰੱਖਣੇ, ਰਾਤ ਨੂੰ ਘਿਓ ਦੀ ਜੋਤ ਤੇ ਹਰ ਰੋਜ਼ ਨਿਤਨੇਮ ਰਹਿ ਰਾਸ ਤੇ ਕੀਰਤਨ ਸੁਰ ਦਾ ਪਾਠ ਹੋਵੇ ਤੇ 40 ਦਿਨਾਂ 'ਚ ਭੋਗ ਪਾਵੇ। ਕੜਾਹ ਪ੍ਰਸ਼ਾਦ ਕਰਕੇ ਕੀਰਤਨ ਕਰੇ, ਲੰਗਰ ਕਰੇ। ਇਸ ਪਾਠ ਦੇ ਕਾਰਨ ਬੱਚੇ ਦਾ ਮਨ ਸਤਿਗੁਰਾਂ ਦੀ ਸਿੱਖੀ ਵੱਲ ਹੀ ਰਹਿੰਦਾ ਤੇ ਬੱਚਾ ਭਗਤ ਤੇ ਸੂਰਮਾ ਆਦਿ ਗੁਣਾਂ ਵਾਲਾ ਹੁੰਦਾ। ਸਾਧਾਰਨ ਪਾਠ ਤੇ ਮਿਰਤਕ ਪਾਠ ਦੇ ਮੱਧ ਵਿੱਚ ਕੜਾਹ ਪ੍ਰਸ਼ਾਦ ਨਹੀਂ ਬਣਾਉਂਦੇ। ਬਾਕੀ ਪਾਠਾਂ ਦੇ ਮੱਧ ਵਿੱਚ ਕੜਾਹ ਪ੍ਰਸ਼ਾਦ ਜ਼ਰੂਰ ਕਰਨਾ ਹੈ। ਮਿਰਤਕ ਪਾਠ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਿਮਿਤ ਕਰਵਾਇਆ ਸੀ ਪਹਿਲਾ ਪਾਠ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ, ਜਿਨ੍ਹਾਂ ਨੇ ਕਿਰਪਾ ਕਰਕੇ ਗਵਾਲੀਅਰ ਕਿਲੇ ਵਿੱਚੋਂ ਉਮਰ ਕੈਦੀ 52 ਰਾਜੇ ਛੁਡਾਏ ਤੇ ਉਹਨਾਂ ਦੇ ਰਾਜ ਵਾਪਸ ਦਵਾਏ ਸਨ। ਇਉਂ ਜੇਲ੍ਹਾਂ ਵਿੱਚੋਂ ਛੁਡਾਉਣ ਵਾਲਾ ਸਤਿਗੁਰਾਂ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ। ਇਸ ਪ੍ਰਕਾਰ ਹੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਮਾਇਆ ਦੇ ਬੰਦੀ ਖਾਨੇ ਵਿੱਚੋਂ ਛੁਡਾਉਣ ਵਾਲੇ ਨੇ। ਜੰਮਣ ਮਰਨ ਦੇ ਬੰਧਨਾਂ ਤੋਂ ਛੁਡਾਉਣ ਵਾਲਾ ਸਤਿਗੁਰਾਂ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈ ਤੁਮਾਰੀ। ਹਰ ਜਿਉ ਨਿਮਾਣਿਆ ਤੂੰ ਮਾਣ, ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਜੈਸਾ ਬਾਲਕ ਭਾਏ ਸੁਭਾਈ, ਲੱਖ ਉਪਰਾਧ ਕਮਾਵੈ। ਕਰ ਉਪਦੇਸ਼ ਛਿੜਕੇ ਬਹੁ ਭਾਂਤੀ, ਬੋੜ ਪਿਤਾ ਗੱਲ ਆਵੈ। ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਸਾਧ ਸੰਗਤ ਜੀ, ਉਹ ਚੋਜੀ ਪ੍ਰੀਤਮ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਮਿਤ ਸਹਿਜ ਪਾਠ ਰਖਾਇਆ ਤੇ ਭੋਗ ਪਾਇਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲਾਹੌਰ ਵਿੱਚ ਜਹਾਂਗੀਰ ਨੇ ਸੱਦਿਆ, ਜੋ ਆਪ ਦੀ ਤੁਜ਼ਕ ਜਹਾਂਗੀਰੀ ਕਿਤਾਬ ਵਿੱਚ ਲਿਖਦਾ ਕਿ ਮੇਰੇ ਮਨ ਵਿੱਚ ਗੁੱਸਾ ਸੀ ਕਿ ਇਹ ਸਿੱਖੀ ਦੀ ਦੁਕਾਨ ਬੰਦ ਕਰਾਂ, ਕਿਉਂਕਿ ਵੱਡੇ ਵੱਡੇ ਮੁਸਲਮਾਨ ਮੀਆਂ ਮੀਰ ਫਕੀਰ ਬਾਦਸ਼ਾਹੀ ਪੀਰ ਅਤੇ ਵਜ਼ੀਰ ਖਾਂ ਵਰਗੇ ਬਾਦਸ਼ਾਹੀ ਵਜ਼ੀਰ ਵੀ ਜਿਨ੍ਹਾਂ ਦੇ ਸਿੱਖ ਬਣ ਗਏ ਅਤੇ ਸੁਖਮਨੀ ਸਾਹਿਬ ਬਾਣੀ ਪੜ੍ਹਨ ਲੱਗ ਪਏ ਹਨ। ਜਿਸ ਸੁਖਮਨੀ ਸਾਹਿਬ ਦੇ ਪਾਠ ਨਾਲ ਇਹਦੀ ਜਲੋਧਰ ਦੀ ਬਿਮਾਰੀ ਹਟੀ ਸੀ। ਹੋਰ ਅਨੇਕਾਂ ਮੁਸਲਮਾਨ ਸਿੱਖ ਬਣ ਗਏ। ਐਸਾ ਨਾ ਹੋਵੇ ਸਾਰੇ ਮੁਸਲਮਾਨ ਸਿੱਖ ਬਣ ਜਾਣ। ਇਸ ਗੁੱਸੇ ਕਰਕੇ ਮਹਾਰਾਜ ਨੂੰ ਲਾਹੌਰ ਸੱਦਿਆ ਤੇ ਚੰਦੂ, ਜੋ ਸਤਿਗੁਰਾਂ ਦੇ ਨਾਲ ਈਰਖਾ ਕਰਦਾ ਸੀ, ਉਸ ਦੇ ਨਾਲ ਉਸ ਦੇ ਘਰ ਭੇਜ ਦਿੱਤਾ। ਉੱਥੇ ਸਤਿਗੁਰਾਂ ਨੇ ਤੱਤੀਆਂ ਸੜਦੀਆਂ ਲੋਹਾਂ ਤੇ ਬੈਠ ਕੇ ਅਜਰ ਜਰਿਆ, ਉਬਲਦੀਆਂ ਦੇਗਾਂ ਵਿੱਚ ਬੈਠੇ ਭਾਣਾ ਮੰਨਿਆ। ਮੀਆਂ ਮੀਰ ਨੇ ਕਿਹਾ, ਹੇ ਪੂਜਨੀਕ ਸਤਿਗੁਰੂ ਧਰਮੀ ਦਾਤੇ ਪਿਤਾ ਜੀ, ਮੈਥੋਂ ਆਪ ਹੀ ਦਾ ਕਸ਼ਟ ਸਹਾਰਿਆ ਨਹੀਂ ਜਾਂਦਾ। ਸਤਿਗੁਰਾਂ ਫਰਮਾਇਆ, ਭਾਈ ਸਾਡੇ ਕੰਮ ਵਿੱਚ ਦਖਲ ਨਾ ਦੇਣਾ ਕਰੋ। ਜੇ ਅਸੀਂ ਸਿੱਖਾਂ ਨੂੰ ਕੁਰਬਾਨੀ ਕਰਕੇ ਸਬਕ ਨਾ ਸਿਖਾਵਾਂਗੇ, ਫਿਰ ਸਿੱਖ ਕੁਰਬਾਨੀ ਕਿਵੇਂ ਕਰਨਗੇ, ਭਾਣਾ ਕਿਵੇਂ ਮੰਨਣਗੇ, ਕਿਵੇਂ ਅਜਰ ਕਰਨਗੇ, ਕਿਵੇਂ ਅਜਰ ਅਵਸਥਾ ਜਰਨਗੇ, ਕਿਵੇਂ ਬੰਦ ਕਟਾਉਣਗੇ,
ਕਿਵੇਂ ਖੋਪਰੀਆਂ ਲਹਾਉਣਗੇ, ਕਿਵੇਂ 7 ਦਿਨਾਂ ਦੇ ਭੁੱਖੇ ਹਿੰਦ ਦੀਆਂ ਬੱਚੀਆਂ ਨੂੰ ਛੁਡਾਉਣਗੇ, 1.25 ਲੱਖ ਨਾਲ ਕਿਵੇਂ ਲੜਨਗੇ। ਜਿਨ੍ਹਾਂ ਦੇ ਰਹਿਬਰ ਕੁਰਬਾਨੀ ਨਹੀਂ ਕਰ ਸਕਦੇ, ਉਹਨਾਂ ਦੇ ਪੈਰੋਕਾਰ ਵੀ ਕੁਰਬਾਨੀ ਨਹੀਂ ਕਰ ਸਕਦੇ। ਜਿਵੇਂ ਈਸਾ ਜੀ ਨੂੰ ਸੂਲੀ ਤੇ ਟੰਗਿਆ ਸੀ, ਉਸ ਦੀ ਯਾਦ ਵਿੱਚ ਨਕਟਾਈ ਤਾਂ ਸਾਰੇ ਅੰਗਰੇਜ਼ ਪਾਈ ਫਿਰਦੇ ਨੇ ਤੇ ਹੋਰ ਸ਼ੌਕੀਨ ਵੀ ਪਾਈ ਫਿਰਦੇ ਨੇ। ਪਰ ਸਾਧ ਸੰਗਤ ਜੀ, ਸੂਲੀ ਟੰਗਣ ਵੇਲੇ ਈਸਾ ਜੀ ਦੇ ਮੂੰਹੋਂ ਨਿਕਲਿਆ ਸੀ, ਹੇ ਖੁਦਾ, ਇਹ ਜ਼ਹਿਰ ਦਾ ਪਿਆਲਾ ਮੇਰੀਆਂ ਅੱਖਾਂ ਤੋਂ ਪਾਸੇ ਕਰ ਦੇ, ਮੈਂ ਸਹਾਰ ਨਹੀਂ ਸਕਦਾ। ਜਦੋਂ ਈਸਾ ਨੂੰ ਯਹੂਦੀਆਂ ਨੇ ਸੂਲੀ ਤੇ ਟੰਗਿਆ ਸੀ, ਇਹ ਹਾਲਤ ਹੋਈ ਸੀ। ਦੱਸੋ, ਈਸਾਈਆਂ ਵਿੱਚੋਂ ਫਿਰ ਕੌਣ ਕੁਰਬਾਨੀ ਕਰਨ ਵਾਲਾ ਹੋਇਆ? ਇਸੇ ਪ੍ਰਕਾਰ ਸਾਧ ਸੰਗਤ ਜੀ, ਜਿੰਨੀਆਂ ਕੌਮਾਂ ਵੇਖੋ, ਕੁਰਬਾਨੀ ਕਰਨ ਵਾਲਾ ਕੋਈ ਨਹੀਂ ਲੱਭਦਾ। ਇਹ ਕੁਰਬਾਨੀ ਨੂੰ ਦੁਨੀਆ ਵਿੱਚ ਜਗਾਉਣ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਤੱਤੀਆਂ ਲੋਹਾਂ ਤੇ ਬੈਠ ਕੇ ਮੀਆਂ ਮੀਰ ਦੇ ਪੁੱਛਣ ਤੋਂ ਕਿ ਮਹਾਰਾਜ ਜੀ, ਮੈਂ ਕਰਾਮਾਤ ਦਿਖਾ ਦਿਆਂ, ਦਿੱਲੀ ਤੇ ਲਾਹੌਰ ਦੀ ਤਾੜੀ ਵਜਾ ਦਿਆਂ, ਇਹ ਸ਼ਕਤੀ ਤੁਹਾਡੀ ਕਿਰਪਾ ਨਾਲ ਮੈਨੂੰ ਮਿਲੀ ਹੈ। ਮਹਾਰਾਜ ਨੇ ਕਿਹਾ, ਵੇਖ ਮੀਆਂ ਮੀਰ, ਕਿੰਨੇ ਸਾਡੇ ਅੱਗੇ ਹੱਥ ਜੋੜੀ ਆਕਾਸ਼ ਵਿੱਚ ਖੜੇ ਨੇ, ਪੈਗੰਬਰ ਸਾਰੇ ਖੜੇ ਨੇ, 84 ਸਿੱਧ ਗੋਰਖ ਸਮੇਤ ਹੱਥ ਜੋੜ ਕੇ ਖੜੇ ਨੇ, ਸਿਪਾਹੀ ਸਾਰੇ ਉਹਨਾਂ ਨੇ ਮੂਰਛਾ ਕਰ ਦਿੱਤੇ। ਤੂੰ ਦੱਸ, ਇੰਨੀਆਂ ਤਾਕਤਾਂ ਵਾਲੇ ਆ ਕੇ ਸਾਰੇ ਆਗਿਆ ਮੰਗਦੇ ਨੇ। ਅਸੀਂ ਕਹਿੰਦੇ ਹਾਂ ਸਾਡੀ ਇਸ ਖੇਲ ਵਿੱਚ ਦਖਲ ਨਾ ਦਿਓ, ਅਸੀਂ ਸੰਗਤਾਂ ਨੂੰ ਸ਼ਾਂਤ ਰਸ ਰਹਿ ਕੇ ਕੁਰਬਾਨ ਹੋ ਕੇ ਦੱਸਣਾ, ਇਉਂ ਸਿੱਖ ਕੁਰਬਾਨੀ ਕਰਨ, ਇਉਂ ਜਰ ਜਰਨ। ਇਹ ਜਦੋਂ ਬਚਨ ਕਹੇ, ਮੀਆਂ ਮੀਰ ਬੇਸੁਰਤ ਹੋ ਗਿਆ। ਸਤਿਗੁਰਾਂ ਨੇ ਆਪਣਾ ਹੱਥ ਕਮਲ ਲਾ ਕੇ ਉਸ ਨੂੰ ਸੁਰਤ 'ਚ ਲਿਆਂਦਾ ਤੇ ਕਹੇ, ਮੀਆਂ ਮੀਰ, ਰਾਜਾ ਮੰਨ ਕੇ ਦਿਖਾਉਣੀ ਹੈ ਕਿ ਤੇਰਾ ਕੀਆ ਮੀਠਾ ਲੱਗਾ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਧ ਸੰਗਤ ਜੀ, ਇਉਂ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀਆਂ ਲੋਹਾਂ ਤੇ ਬੈਠ ਕੇ, ਉਬਲਦੀਆਂ ਦੇਗਾਂ 'ਚ ਬੈਠ ਕੇ ਤੇ ਤੱਤੇ ਰੇਤੇ ਪਵਾ ਕੇ ਫਿਰ ਵੀ ਆਨੰਦ ਵਿੱਚ ਬੈਠੇ ਰਹੇ ਸੀ, ਇਉਂ ਸ਼ਹੀਦੀ ਦਿੱਤੀ ਸ਼ਾਂਤ ਰਸ 'ਚ ਰਹਿ ਕੇ ਲਾਹੌਰ ਵਿੱਚ। ਉਸ ਵਕਤ ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਦੇ ਸਮਾਉਣ ਦਾ ਪਾਠ ਸੰਗਤਾਂ ਦੇ ਅੰਦਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਮਰਿਆਦਾ ਤੋਰੀ। ਗਰੀਬ ਨਵਾਜ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਨੇ ਸ੍ਰੀ ਕੋਠੜੀ ਸਾਹਿਬ ਜੀ ਵਿੱਚ ਪਾਠ ਆਰੰਭ ਕਰਵਾਇਆ ਸੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਬਣਾ ਗਏ ਸਨ। ਉਹਨਾਂ ਪਾਸੋਂ ਮਹਾਰਾਜ ਨੇ 13 ਦਿਨਾਂ ਵਿੱਚ ਸਹਿਜ ਪਾਠ ਸ਼ਰਵਣ ਕੀਤਾ ਤੇ ਸਾਰੀਆਂ ਸੰਗਤਾਂ ਸੁਣਦੀਆਂ ਰਹੀਆਂ। ਸਾਹਿਬ ਬੁੱਢੇ ਐਸੋ ਚਾਰਾ, ਜਗਤ ਰੀਤ ਗੁਰ ਕਰੋ ਸੁਧਾਰਾ, ਹਰ ਗੋਬਿੰਦ ਰੀਤ ਕਰਾਈ, ਗੁਰ ਗ੍ਰੰਥ ਕਾ ਪਾਠ ਧਰਾਈ। ਗੁਰੂ ਗ੍ਰੰਥ ਕੀ ਕੋਠੀ ਮਾਹੀ, ਸਾਹਿਬ ਬੁੱਢਾ ਪਾਠ ਸੁਨਾਹੀ, ਗੁਰੂ ਗ੍ਰੰਥ ਕੀ ਕੋਠੀ ਆਗੇ, ਲਗੈ ਦੀਵਾਨ ਅਧਿਕ ਰਸ ਪਾਗੇ। ਕਰਤ ਗੁਰਦਾਸ ਚੌਰ ਕਰ ਧਾਰਾ, ਸਾਹਿਬ ਬੁੱਢਾ ਪਾਠ ਉਚਾਰਾ, ਆਗੇ ਚੌਂਕੀ ਤਰ ਕੜਾਹਾ, ਗਾਵਤ ਰਾਗੀ ਸ਼ਬਦ ਉਮਾਹ। ਦੋਹਰਾ ਲੈ ਆਗਿਆ ਸਭ ਕੀ ਤਬੈ, ਬੁੱਢੇ ਪਾਇਓ ਭੋਗ, ਰਾਗ ਮਾਲਾ ਪੜ ਪ੍ਰੇਮ ਸੋ, ਗ੍ਰੰਥ ਗੁਰੂ ਜੀ ਜੋਗ। ਚੌਪਈ ਪੁਨਿ ਰੁਮਾਲ ਗੁਰ ਗ੍ਰੰਥ ਪਰ ਪਾਇਓ, ਸਭ ਸੰਗਤ ਨੇ ਸੀਸ ਝੁਕਾਇਓ, ਜਰੀ ਪੁਸ਼ਾਕ ਅਮੋਲਕ ਚੀਨੀ, ਸਾਹਿਬ ਬੁੱਢੇ ਕੋ ਗੁਰ ਦੀਨੀ। ਗੁਰ ਬਿਲਾਸ ਪਾਤਸ਼ਾਹੀ 6ਵੀਂ ਧਿਆਏ 8 'ਚ ਇਹ ਬਚਨ ਆਏ ਨੇ। ਭੋਗ ਦੇ ਸਮੇਂ ਅਰਦਾਸ, ਫਿਰ ਦੁਬਾਰਾ ਭੋਗ ਦੇ ਸਮੇਂ ਭਾਈ ਗੁਰਦਾਸ ਜੀ ਚੌਰ ਕਰਦੇ ਰਹੇ। ਜਦੋਂ ਭੋਗ ਪਵੇ ਚੌਰ ਕਰਦੇ ਰਹਿਣਾ ਚਾਹੀਦਾ ਹੈ। ਅਰਦਾਸ ਕਰਕੇ ਸ੍ਰੀ ਮੁਖ ਵਾਕ ਲੈ ਕੇ ਕੜਾਹ ਪ੍ਰਸ਼ਾਦ ਵਰਤਾਇਆ। ਸਹਿਜ ਪਾਠ ਦੇ ਭੋਗ ਪੈਣ ਦੇ ਕਾਰਨ ਗੁਰੂ ਸਾਹਿਬ ਜੀ ਨੇ ਭਾਈ ਬੁੱਢਾ ਸਾਹਿਬ ਜੀ ਨੂੰ 5 ਘੋੜੇ, 1 ਹਾਥੀ, 500 ਮੋਹਰ, ਪੁਸ਼ਾਕੇ ਸਾਰੇ ਇਹ ਬਖਸ਼ਿਸ਼ ਕੀਤੀ। ਗ੍ਰੰਥੀ ਸਿੰਘ ਜਾਣ ਕੇ ਕਿ ਤੈਂ ਸਤਿਗੁਰੂ ਮਹਾਰਾਜ ਦਾ ਪਾਠ ਕੀਤਾ ਹੈ। ਸੋ ਸਾਧ ਸੰਗਤ ਜੀ, ਪਾਠ ਦੀ ਮਰਿਆਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਚਲਾਈ ਹੈ। ਅੱਜ ਕੱਲ੍ਹ ਲੋਕੀ ਪਾਠੀ ਸਿੰਘ ਨੂੰ ਤਾਂ ਕੁਝ ਦੇ ਕੇ ਹੀ ਰਾਜੀ ਨਹੀਂ, ਕਹਿੰਦੇ ਭੇਟਾ ਦੇਤੀ। ਮਹਾਰਾਜ ਨੇ ਦੇਖੋ ਕਿੰਨਾ ਕੁਝ ਬਾਬਾ ਬੁੱਢਾ ਜੀ ਨੂੰ ਬਖਸ਼ਿਸ਼ ਕੀਤਾ ਤੇ ਇਸੇ ਕਰਕੇ ਕੀਤਾ ਕਿ ਮਰਿਆਦਾ ਚੱਲ ਪਵੇ ਅੱਗੋਂ ਵਾਸਤੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਯੱਗ ਕੀਤਾ। ਸਾਧ ਸੰਗਤ ਜੀ, ਇਉਂ ਸਹਿਜ ਪਾਠਾਂ ਦੀ ਮਰਿਆਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੋਰੀ ਤੇ ਸਹਿਜ ਪਾਠ ਉਦੋਂ 13 ਦਿਨਾਂ ਵਿੱਚ ਕੀਤਾ ਜਾਂਦਾ ਸੀ। 13 ਦਿਨਾਂ ਵਿੱਚ ਕਰਕੇ ਭਾਈ ਬੁੱਢਾ ਸਾਹਿਬ ਜੀ ਨੇ ਭੋਗ ਪਾਇਆ ਸੀ। ਜੋ ਸਰੂਪ ਕਰਤਾਰਪੁਰ ਵਾਲਾ ਹੈ ਉਸ ਤੇ ਪਾਠ ਕੀਤਾ ਸੀ। ਦੂਸਰਾ ਮਾਤਾ ਗੰਗਾ ਜੀ ਨਿਮਿਤ ਪਾਠ ਕਰਵਾਇਆ। ਉਸ ਤੋਂ ਬਾਅਦ ਮਾਤਾ ਗੰਗਾ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮਹਿਲ ਜਗਤ ਮਾਤਾ ਜੀ ਨੂੰ ਸਮਾਏ। ਉਹਨਾਂ ਦਾ ਪਾਠ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਵਾਇਆ। ਨਾਲੇ 9 ਤੋਂ 9 ਉਦੋਂ ਲਿਖਵਾਈਆਂ ਸੀ। ਭਾਈ ਗੁਰਦਾਸ ਜੀ ਨਿਮਿਤ ਤੀਸਰਾ ਪਾਠ
ਅਤੇ ਜਦੋਂ ਭਾਈ ਗੁਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਚੋਹਲੇ ਸਾਹਿਬ ਤੋਂ ਆਉਂਦਿਆਂ ਹੋਇਆਂ ਚੜ੍ਹਾਈ ਕੀਤੀ, ਉਦੋਂ ਭਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਮਹਾਰਾਜ ਜੀ ਮੇਰੀ ਕੋਈ ਮਟੀ ਨਾ ਬਣਾਇਓ, ਸੱਚੇ ਪਾਤਸ਼ਾਹ ਕਿਸੇ ਪ੍ਰਕਾਰ ਦੀ ਮੇਰੀ ਗਤੀ ਦੀ ਲੋੜ ਨਹੀਂ ਹੈ, ਮੈਂ ਆਪ ਜੀ ਦੇ ਚਰਨਾਂ 'ਚ ਇੱਥੇ ਲੀਨ ਹੁੰਦਾ ਹਾਂ। ਉਹ ਬੌਲੀ ਸਾਹਿਬ ਚੜ੍ਹਾਈ ਕਰ ਗਏ ਸਨ ਸ੍ਰੀ ਗੋਇੰਦਵਾਲ ਸਾਹਿਬ ਜੀ ਵਿੱਚ। ਉਹਨਾਂ ਦਾ ਬਿਆਸਾ ਤੇ ਸੰਸਕਾਰ ਕਰਕੇ ਸਾਰੇ ਅੰਗੀਠੇ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੇ ਕਹਿਣ ਅਨੁਸਾਰ ਬਿਆਸਾ 'ਚ ਪ੍ਰਵਾਹ ਕਰ ਦਿੱਤਾ ਸੀ। ਭਾਈ ਗੁਰਦਾਸ ਜੀ ਦਾ ਪਾਠ ਫਿਰ ਭਾਈ ਬਿਧੀ ਚੰਦ ਜੀ ਪਾਸੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਰਵਾਇਆ ਸੀ। ਬਾਬਾ ਬੁੱਢਾ ਜੀ ਨਿਮਿਤ ਪਾਠ ਜਦੋਂ ਭਾਈ ਬੁੱਢਾ ਜੀ ਸੱਚਖੰਡ ਗਮਨ ਕਰ ਗਏ ਸਨ ਰਮਦਾਸ ਨਗਰ ਵਿੱਚ, ਉਦੋਂ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਦੇ ਸੁਪੁੱਤਰ ਭਾਈ ਭਾਨਾ ਜੀ ਪਾਸੋਂ ਸਹਿਜ ਪਾਠ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਰਾਇਆ ਸੀ। ਸ੍ਰੀ ਹਰਗੋਬਿੰਦਪੁਰ ਸਾਹਿਬ ਵਸਾ ਕੇ ਆ ਕੇ ਭਾਈ ਬੁੱਢਾ ਜੀ ਦੇ ਨਿਮਿਤ ਸਹਿਜ ਪਾਠ ਕਰਾ ਕੇ ਬੜਾ ਭਾਰੀ ਲੰਗਰ ਕਰਾਇਆ। ਬਾਬਾ ਬੁੱਢਾ ਜੀ ਤੋਂ ਮਗਰੋਂ ਭਾਈ ਗੁਰਦਾਸ ਜੀ, ਉਹਨਾਂ ਤੋਂ ਬਾਅਦ ਭਾਈ ਬਿਧੀ ਚੰਦ ਜੀ ਗ੍ਰੰਥੀ ਦੀ ਸੇਵਾ ਕਰਦੇ ਰਹੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਹੁੰਦੀ ਰਹੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸਹਿਜ ਪਾਠ ਦੀ ਮਰਿਆਦਾ ਚਲਾਈ ਜੋ ਸੰਗਤਾਂ 'ਚ ਸਹਿਜ ਪਾਠ ਹੁੰਦੇ ਨੇ। ਸਾਧ ਸੰਗਤ ਜੀ ਸਹਿਜ ਪਾਠ ਦੇ ਕਾਰਨ ਵਿੱਚ ਵੀ ਸਤਿਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਕੜਾਹ ਪ੍ਰਸ਼ਾਦ ਕਰਕੇ ਪਾਠ ਆਰੰਭ ਕਰਨਾ ਹੈ ਤੇ ਨੌਵੇਂ ਪਾਤਸ਼ਾਹ ਦੇ ਭੋਗ ਦੇ ਸ਼ਲੋਕਾਂ ਤੋਂ ਪਹਿਲਾਂ ਭੋਗ ਦੀ ਦੇਗ ਹਜ਼ੂਰੀ ਵਿੱਚ ਆਵੇ, ਫਿਰ ਭੋਗ ਪਾਉਣਾ ਆਰੰਭ ਕਰਨਾ ਹੈ। ਕਦੇ ਵੀ ਸਹਿਜ ਪਾਠ ਹੋਵੇ ਚਾਹੇ ਅਖੰਡ ਪਾਠ, ਕੜਾਹ ਪ੍ਰਸ਼ਾਦ ਹਜ਼ੂਰੀ ਵਿੱਚ ਲਿਆਇਆ ਬਿਨਾ ਆਰੰਭ ਨਹੀਂ ਕਰਨਾ ਤੇ ਨਾ ਹੀ ਭੋਗ ਪਾਉਣਾ ਹੈ। ਮਿਰਤਕ ਪਾਠ ਸਾਧਾਰਨ ਸਤਿਗੁਰੂ ਮਹਾਰਾਜ ਨੇ ਜੀਵ ਦੇ ਸਰੀਰ ਅੰਤ ਤੋਂ ਬਾਅਦ ਉਸ ਦੀ ਕਲਿਆਣ ਵਾਸਤੇ, ਸਹਾਇਤਾ ਵਾਸਤੇ ਪਾਠ ਕਰਨ ਦੀ ਮਰਿਆਦਾ ਚਲਾ ਕਰਕੇ ਇਸ ਰੀਤੀ ਤੇ ਚੱਲਣ ਦੀ ਆਗਿਆ ਕੀਤੀ ਹੈ। ਮਿਰਤਕ ਪਾਠਾਂ ਦੀ ਮਰਿਆਦਾ ਸਤਿਗੁਰਾਂ ਨੇ ਆਪ ਤੋਰੀ ਹੈ ਜੋ ਇਤਿਹਾਸ ਵਿੱਚ ਲਿਖੀ ਮਿਲਦੀ ਹੈ। ਮਿਰਤਕ ਪਾਠ ਆਰੰਭ ਦੀ ਮਰਿਆਦਾ ਜਿਸ ਵਕਤ ਪ੍ਰਾਣੀ ਚੜ੍ਹਾਈ ਕਰ ਜਾਏ ਤਾਂ ਉਸ ਦਾ ਸੰਸਕਾਰ ਕੀਤਾ ਜਾਏ, ਤਾਂ ਇਸ਼ਨਾਨ ਆਦਿ ਕਰਕੇ ਗੁਰਦੁਆਰੇ ਆਉਣਾ। ਸਾਰੀ ਮਰਿਆਦਾ ਦੇਖੋ ਅੰਤਮ ਸੰਸਕਾਰ ਦੇ 'ਚ ਆਪਾਂ ਸੁਣਾ ਹੀ ਚੁੱਕੇ ਹਾਂ। ਤੇ ਜਿੱਥੇ ਦੇਗ ਪਹਿਲਾਂ ਬਣੀ ਹੋਈ ਹੋਵੇ ਸੋ ਆ ਕੇ ਮਹਾਰਾਜ ਦੀ ਹਜ਼ੂਰ ਅਲਾਣੀਆਂ ਦਾ ਪਾਠ ਸੁਣਨਾ ਤੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਨ ਵਕਤ ਨਾਲ ਹੀ ਪਾਠ ਪ੍ਰਾਰੰਭ ਦੀ ਅਰਦਾਸ ਕਰ ਦੇਣੀ ਤੇ ਪਾਠ ਕਰਨਾ, ਜਾਂ 5 ਪੌੜੀਆਂ ਜਪਜੀ ਸਾਹਿਬ ਪੜ੍ਹ ਕੇ ਦੇਗ ਵਰਤਾਉਣੀ, ਫਿਰ ਸਰੂਪ ਘਰ ਲਿਆ ਕੇ ਪਾਠ ਆਰੰਭ ਕਰਨਾ, ਜਾਂ ਲਾਣੀਆਂ ਸੁਣ ਕੇ ਘਰ ਆ ਕੇ ਉਸੇ ਵਕਤ ਨਵੀਂ ਦੇਗ ਨਾਲ ਪਾਠ ਆਰੰਭ ਕਰ ਦੇਣਾ। ਅਸਲ ਮਰਿਆਦਾ ਤਾਂ ਇਹ ਹੈ ਕਿ ਜੇ ਬਹੁਤੀ ਦੇਰ ਹੋਵੇ ਤਾਂ ਬਹੁਤ ਕੁ ਵਕਤ ਹੋ ਗਿਆ ਤਾਂ ਸੁਬਾਹ ਸਵੇਰੇ ਪ੍ਰਾਰੰਭ ਕਰ ਦਿਓ ਅਗਲੇ ਦਿਨ। ਸੋ ਸਾਧ ਸੰਗਤ ਜੀ ਸਹਿਜ ਪਾਠ ਦੇ ਕਰਨ ਵਿੱਚ ਮਹਾਰਾਜ ਦਾ ਹੁਕਮ ਹੈ ਕਿ ਕੜਾਹ ਪ੍ਰਸ਼ਾਦ ਕਰਕੇ ਪਾਠ ਪ੍ਰਾਰੰਭ ਕਰਨਾ ਚਾਹੀਦਾ। ਉਸੇ ਵਕਤ ਪਾਠ ਆਰੰਭ ਹੋਣ ਕਰਕੇ ਪ੍ਰਾਣੀ ਨੂੰ ਸਹਾਇਤਾ ਮਿਲਦੀ ਹੈ, ਸੁੱਖ ਹੁੰਦਾ ਹੈ। ਪ੍ਰਾਣੀ ਦੀ ਆਤਮਾ ਸੁੱਖ ਨਾਲ ਸੱਚਖੰਡ ਪਹੁੰਚਦੀ ਹੈ ਤੇ ਸਰੀਰ ਤਿਆਗਣ ਵਾਲੀ ਜਗ੍ਹਾ ਸਹਿਜ ਕੀਰਤੀ ਦੀ ਕਥਾ ਕਰਨ ਕਰਕੇ ਜਾਂ ਪਾਠ ਕਰਨ ਕਰਕੇ ਵਾਸ਼ਨਾ ਅਨੁਸਾਰ ਜੀਵ ਨੇ ਹੋਰ ਦੇਹ ਧਾਰ ਲਈ ਹੋਵੇ ਤਾਂ ਉਹ ਛੁੱਟ ਜਾਂਦੀ ਹੈ ਤੇ ਪਾਠ ਕਰਨ ਕਰਕੇ ਸੱਚਖੰਡ ਨੂੰ ਜੀਵ ਚਲਿਆ ਜਾਂਦਾ ਹੈ। ਹਰ ਪਾਠ ਤੇ ਸੁਬਾਹ ਕੀਰਤਨ ਆਸਾ ਦੀ ਵਾਰ ਦਾ ਤੇ ਸ਼ਾਮ ਨੂੰ ਰਹਿ ਰਾਸ ਤੇ ਕੀਰਤਨ ਸੋਲੇ ਦਾ ਪਾਠ ਜ਼ਰੂਰ ਕਰਨਾ। ਪਾਠ ਉੱਚੀ ਸੁਰ ਨਾਲ ਪ੍ਰੇਮ ਨਾਲ ਕਰਨਾ। ਘਰ ਦੇ ਪ੍ਰੇਮੀ ਸਾਰੇ ਪ੍ਰੇਮ ਨਾਲ ਬੈਠ ਕੇ ਪਾਠ ਸੁਣਨ, ਰੋਣਾ ਪਿੱਟਣਾ ਛੱਡ ਕੇ ਭਾਣਾ ਮੰਨਣ ਦੀ ਆਗਿਆ ਹੈ ਮਹਾਰਾਜ ਦੀ। ਜਿਸ ਦਿਨ ਪ੍ਰਾਣੀ ਨੇ ਸਰੀਰ ਤਿਆਗਿਆ ਹੈ, ਭਾਵ ਸੰਸਕਾਰ ਕੀਤਾ ਹੈ, ਉਸ ਦਿਨ ਸਮੇਤ ਹੀ 10ਵੇਂ ਦਿਨ ਭੋਗ ਪਾਏ ਤੇ ਸੱਦ ਪੜ੍ਹ ਕੇ ਭੋਗ ਪਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਪਲਕਾਂ ਸਮੇਤ ਸੁੰਦਰ ਮਾਲਾ ਭੇਟਾ ਕਰੇ। ਜਪਜੀ ਸਾਹਿਬ ਨਹੀਂ ਪੜ੍ਹਨਾ। 10 ਦਿਨਾਂ ਤੱਕ ਪਾਠੀ ਸਿੰਘ ਦੀ ਸੇਵਾ ਪ੍ਰੇਮ ਨਾਲ ਕਰਨੀ ਤੇ ਵਿਰਾਗ ਦੇ ਸ਼ਬਦਾਂ ਦਾ ਕੀਰਤਨ ਕਰਨਾ। ਕੜਾਹ ਪ੍ਰਸ਼ਾਦ ਤੇ ਆਨੰਦ ਸਾਹਿਬ ਸੰਪੂਰਨ ਪੜ੍ਹੇ। ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਵੇ। ਪ੍ਰਾਣੀ ਦੇ ਨਿਮਿਤ ਲੰਗਰ ਪੁੰਨ ਆਦਿ ਕਰੇ ਤੇ ਗ੍ਰੰਥੀ ਸਿੰਘ ਨੂੰ ਜਥਾ ਸ਼ਕਤ ਮਾਇਆ ਬਸਤਰ ਆਦਿਕ ਦੇਵੇ। ਉਸ ਦਿਨ ਤੋਂ ਵਿਰਾਗ ਖਤਮ ਕਰ ਦੇਣਾ ਤੇ ਆਪਣੇ ਕਾਰਜ ਦਾ ਖਿਆਲ ਕਰਨਾ। ਆਮ ਕਰਕੇ ਪਾਠ ਦਾ ਭੋਗ ਸ਼ਾਮ ਨੂੰ ਪਾਇਆ ਜਾਂਦਾ ਹੈ ਕਿਉਂਕਿ ਸਭ ਕਾਰਜਾਂ ਤੋਂ ਵਿਹਲੇ ਹੋ ਕੇ ਘਰ ਦੇ ਸਾਰੇ ਜੀਅ ਆ ਸਕਦੇ ਹਨ। ਸੰਬੰਧੀ ਆਦਿ ਵੀ ਪਹੁੰਚ ਜਾਂਦੇ ਹਨ, ਪਰ ਜੇ ਸਵੇਰ ਦੇ ਵੇਲੇ ਪਾਇਆ ਜਾਏ ਤਾਂ ਕੋਈ ਹਰਜ ਨਹੀਂ। ਅਖੰਡ ਪਾਠ ਕਰਨਾ ਹੋਵੇ ਤਾਂ ਉਸ ਦਿਨ ਰੱਖੇ ਜਾਂ 8ਵੇਂ ਦਿਨ ਰੱਖਣਾ ਜੋ 10ਵੇਂ ਦਿਨ ਤੱਕ ਭੋਗ ਪੈ ਜਾਏ ਤੇ ਸੱਦ ਪੜ੍ਹ ਕੇ ਭੋਗ ਪਾਉਣਾ। ਮਿਰਤਕ ਦੇ ਪਹਿਲੇ ਅਖੰਡ ਪਾਠ ਜਾਂ ਸਧਾਰਨ ਪਾਠ ਤੇ ਸੱਦ ਪੜ੍ਹ ਕੇ ਭੋਗ ਪਾਉਣਾ। ਫਿਰ ਉਸ ਦੇ ਨਿਮਿਤ ਬਰਸੀ ਆਦਿ ਦਾ ਪਾਠ ਕੀਤਾ ਜਾਏ। ਸਾਧਾਰਨ ਜਾਂ ਅਖੰਡ ਪਾਠ ਵਾਂਗੂ ਜਪਜੀ ਸਾਹਿਬ ਪੜ੍ਹ ਕੇ ਭੋਗ ਪਾਏ। ਫਿਰ ਸੱਦ ਦੁਬਾਰਾ ਨਹੀਂ ਪੜ੍ਹਨੀ, ਪਹਿਲੀ ਵਾਰੀ ਪੜ੍ਹੀ ਦੀ ਹੈ ਜਿਹੜਾ ਪਹਿਲਾ ਪਾਠ ਹੁੰਦਾ।
ਮ੍ਰਿਤਕ ਸਧਾਰਨ ਪਾਠ ਦੇ ਭੋਗ ਪਾਉਣ ਦੀ ਮਰਿਆਦਾ 10ਵੇਂ ਦਿਨ 10ਵੇਂ ਪਾਤਸ਼ਾਹ ਜੀ ਨੇ ਕਾਇਮ ਕਰ ਦਿੱਤੀ ਹੈ। ਇਸ ਤਰ੍ਹਾਂ ਦੀ ਮਰਿਆਦਾ ਕਰਨੀ ਹੋਰ ਮਤ ਅਨੁਸਾਰ ਸ਼ੂਦਰ 40 ਦਿਨ ਵਿੱਚ, ਵੈਸ਼ 17 ਦਿਨ ਵਿੱਚ, ਛਤਰੀ 13 ਦਿਨ ਵਿੱਚ, ਬ੍ਰਾਹਮਣ 11-12 ਦਿਨ ਵਿੱਚ ਸੋਗ ਨਿਵਰਤ ਕਰਦੇ ਹਨ। ਖਾਲਸਾ ਜੋ ਸਭ ਤੋਂ ਉੱਚਾ ਹੈ 10 ਦਿਨ ਪਿੱਛੋਂ ਦੁਸਹਿਰਾ ਮਨਾਉਣ ਦਾ ਹੁਕਮ ਹੈ ਤੇ ਪ੍ਰਾਣੀ ਨਿਮਿਤ ਮਹਾਰਾਜ ਦੀ ਭੇਟਾ, ਪਾਠੀ ਲਈ ਕੱਪੜੇ, ਬਿਸਤਰਾ, ਬਰਤਨ ਜੋੜਾ ਆਦਿ ਕਰੇ ਤੇ ਲੰਗਰ ਖੁੱਲ੍ਹਾ ਵਰਤਾਵੇ। ਮਹਾਰਾਜ ਜੀ ਗੁਰਬਿਲਾਸ ਵਿੱਚ ਬਚਨ ਕਰਦੇ, ਗੁਰਬਿਲਾਸ ਪਾਤਸ਼ਾਹੀ 6ਵੀਂ ਚੌਥਾ ਧਿਆ ਹੈ ਇਹ। ਆਗਿਆ ਔਰ ਸੁਣੋ ਮਨ ਲਾਏ, ਸਭ ਹੀ ਮਨ ਧਾਰੋ ਸੁਖ ਪਾਏ। ਪਾਛੀ ਰੀਤ ਚਲੀਏ ਆਈ, ਮ੍ਰਿਤਕ ਪਾਛਾ ਐਸ ਕਰਾਈ। ਗਰੜ ਪ੍ਰਾਣ ਪੜਾਵਾ ਕਉ, ਔਰ ਪ੍ਰਾਣ ਪੜਨ ਮਤ ਲੋ। वेद पुराण अब सब मथ लीने, सबका सार गुरु ग्रंथ कीने। मृत पाचे रीत सो करे, गुरु ग्रंथ का पाठ सो तरो। पावै भोग रागमाला पढ़, छिन में पाप जाहे ताके सड़। कड़ा प्रसाद ते निमित्त करावै, नरक को सो मूल नह जावै। ये 4-5 वारी इतिहासक प्रतੱਖ प्रमाण रागमाला बारे महाराज जी दे आए ने। कई वारी कई ਥਾਵਾਂ ਤੇ ਜਾਂਦੇ ਆ, ਇਸ ਗੱਲ ਦਾ ਸਾਰੇ ਜਾਣੇ ਪੁੱਛਦੇ ਨੇ। ਇਸੇ ਕਰਕੇ ਮਹਾਂਪੁਰਖਾਂ ਦੀ ਲਿਖੀ ਹੋਈ ਹੂਬਹੂ ਪੋਥੀ ਮੈਂ ਤਾਈਓ ਪੜ੍ਹ ਰਿਹਾ, ਤਾਂ ਕਿ ਜੇ ਮੈਂ ਕੋਈ ਗੱਲ ਕਹੂੰਗਾ ਅਗਲਾ ਕੋਈ ਇਹ ਤਾਂ ਹੁਣ ਜੰਮਿਆ, ਇਹਨੂੰ ਕੀ ਪਤਾ। ਪੁਰਾਤਨ ਰੀਤੀ ਅਨੁਸਾਰ ਜੋ ਵੀ ਪਿੱਛੋਂ ਚਲੀ ਆ ਰਹੀ ਸਾਰੀ ਮਰਿਆਦਾ ਨੂੰ ਹੀ ਆਪਾਂ ਹੂਬਹੂ ਪੜ੍ਹ ਰਹੇ ਹਾਂ। ਕੇਵਲ ਮ੍ਰਿਤਕ ਪਾਠ ਦਾ ਭੋਗ 10ਵੇਂ ਦਿਨ ਪਾਬੰਦੀ ਵਿੱਚ ਪਏ ਤੇ ਸੱਦ ਪੜ੍ਹਨਾ, ਬਾਕੀ ਸਧਾਰਨ ਪਾਠ ਜਾਂ ਚਾਹੋ ਭੋਗ ਪਾਓ ਤੇ ਜਪਜੀ ਸਾਹਿਬ ਦੀਆਂ 5 ਪੌੜੀਆਂ ਪੜ੍ਹ ਕੇ ਭੋਗ ਪਾਉਣਾ। ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ। ਸਾਧ ਸੰਗਤ ਜੀ, ਸ੍ਰੀ ਅਖੰਡ ਪਾਠ ਦੀ ਮਰਿਆਦਾ ਇਸ ਪ੍ਰਕਾਰ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਵਕਤ ਪ੍ਰਾਗਰਾਜ ਤ੍ਰਿਵੇਣੀ ਤੇ ਗਏ ਹਨ, ਉੱਥੇ ਮਾਤਾ ਨਾਨਕੀ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਜਗਤ ਮਾਤਾ ਜੀ, ਉਹਨਾਂ ਨੇ ਕਿਹਾ ਤੁਹਾਡੇ ਪਿਤਾ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਤੁਸੀਂ ਪੋਤਰੇ ਦੇ ਦਰਸ਼ਨ ਕਰੋਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਆਪ ਜੀ ਦੀ 45 ਸਾਲ ਦੀ ਉਮਰ ਹੋ ਗਈ ਹੈ, ਹੁਣ ਤਾਈਂ ਮੈਂ ਪੋਤਰੇ ਦਾ ਮੂੰਹ ਨਹੀਂ ਵੇਖਿਆ। ਉਸ ਵਕਤ ਸਤਿਗੁਰਾਂ ਨੇ ਕਿਹਾ ਮਾਤਾ ਜੀ ਇਹ ਵਾਹਿਗੁਰੂ ਦੇ ਵੱਸ ਹੈ, ਜਦੋਂ ਸੱਚੇ ਪਾਤਸ਼ਾਹ ਨੂੰ ਭਾਇਆ ਬਖਸ਼ਣਗੇ। ਧਰਮ ਵਿਜੈ ਮੁਕਤ ਸ਼ਾਸਤਰ ਵਿੱਚ ਲਿਖਿਆ ਹੈ ਕਿ ਉਸ ਵਕਤ ਸਤਿਗੁਰੂ ਸਾਹਿਬ ਜੀ ਦੇ ਪਾਸ ਮਾਤਾ ਜੀ ਨੇ ਬੇਨਤੀ ਕੀਤੀ ਕਿ ਕਿਵੇਂ ਮੇਰੀ ਇੱਛਾ ਪੂਰੀ ਹੋਵੇ, ਤਾਂ ਬਚਿੱਤਰ ਨਾਟਕ ਵਿੱਚ ਲਿਖਿਆ ਹੈ ਕਿ ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ। ਸੋ ਇਹ 59 ਅੰਗ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਇਹ ਬਚਨ ਨੇ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਕਿਹਾ ਚੰਗਾ ਸ੍ਰੀ ਅਖੰਡ ਪਾਠ ਕਰਾਓ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਬੰਨੋ ਦੇ ਸਰੂਪ ਨਾਲ ਸਨ। ਹੁਣ ਉਹ ਸ੍ਰੀ ਪਟਨੇ ਸਾਹਿਬ ਜੀ ਗਊ ਘਾਟ 9ਵੇਂ ਪਾਤਸ਼ਾਹੀ ਯਾਦਗਾਰ ਹੈ, ਉਸ ਦਾ ਪਾਠ ਮਹਾਰਾਜ ਸਾਹਿਬ ਨੇ ਕਰਾਇਆ। ਉਸ ਦਾ ਪਾਠ ਸਤਿਗੁਰੂ ਨੇ ਤ੍ਰਿਵੇਣੀ ਵਿਖੇ, ਜਿੱਥੇ ਵੱਡੀ ਸਿੱਖ ਸੰਗਤ ਗੁਰਦੁਆਰਾ ਹੈ, ਮਹਾਰਾਜ ਸਾਹਿਬ ਨੇ ਨਿਵਾਸ ਕਰਿਆ ਕਰਦੇ ਸਨ, ਮਹਿਲਾਂ ਦੇ ਸਮੇਤ ਉਸ ਥਾਂ ਵਿੱਚ ਸਾਧ ਸੰਗਤ ਜੀ ਪਾਠ ਕੀਤਾ। ਧਰਮ ਵਿਜੈ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ, ਜਿਸ ਦੇ ਵਿੱਚ 5 ਪਾਠੀ ਭਾਈ ਮਤੀ ਦਾਸ ਜੀ ਪਹਿਲੇ, ਦੂਸਰੇ ਭਾਈ ਦਿਆਲਾ ਜੀ ਸ਼ਹੀਦ ਜੋ ਦਿੱਲੀ ਸ਼ਹੀਦ ਹੋਏ, ਤੀਸਰੇ ਭਾਈ ਗੁਰਬਖਸ਼ ਸਿੰਘ ਜੀ ਮਸੰਦ ਜਿਨ੍ਹਾਂ ਦੀ ਔਲਾਦ ਪੰਜੋਖਰੇ ਸਾਹਿਬ ਹੈ, ਮਸੰਦਾਂ ਦੀ ਹੁਣ ਤੱਕ ਪੱਤੀ ਵੱਜਦੀ ਹੈ, ਉੱਥੇ ਉਹਨਾਂ ਦਾ ਪਰਿਵਾਰ ਸੀ। 8ਵੇਂ ਪਾਤਸ਼ਾਹ ਜੀ ਪਾਸ ਰਹੇ ਸਨ। ਚੌਥੇ ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਜੀ ਦੇ 6ਵੇਂ ਥਾਂ ਸਨ। 5ਵੇਂ ਜੋ ਪਾਠ ਕਰਨ ਵਾਲੇ ਪਾਠੀ ਲੱਗੇ ਅਤੇ ਇੱਕ ਸਤੀ ਰਾਮ, ਇਹ 8ਵੇਂ ਪਾਤਸ਼ਾਹੀ ਸਿੱਖ ਸੀ ਭਾਈ ਸਤੀ ਰਾਮ। ਇਹ 5 ਸਿੱਖ ਪਾਠੀ ਲੱਗੇ ਸਨ। ਇਹਨਾਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਸ੍ਰੀ ਅਖੰਡ ਪਾਠ ਕਰਵਾਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਆਗਮਨ ਵਾਸਤੇ। ਤਹੀਂ ਪ੍ਰਕਾਸ਼ ਹਮਾਰਾ ਭਇਓ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਗਮਨ ਹੋਇਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਸ੍ਰੀ ਅਖੰਡ ਪਾਠ ਦੀ ਮਰਿਆਦਾ 9ਵੇਂ ਪਾਤਸ਼ਾਹੀ ਨੇ ਤੋਰੀ ਹੈ। ਦੂਸਰਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਹੀਂ ਸ੍ਰੀ ਅਖੰਡ ਪਾਠ ਦੀ ਪ੍ਰਾਰੰਭਤਾ ਜਿਹੜੀ ਹੋਈ, ਦੂਜੀ ਵੇਰ ਮਰਿਆਦਾ 10ਵੇਂ ਪਾਤਸ਼ਾਹ ਨੇ ਤੋਰੀ ਹੈ। 10ਵੇਂ ਪਾਤਸ਼ਾਹ ਜੀ ਨੇ ਜਿਸ ਵਕਤ ਸ੍ਰੀ ਦਮਦਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਠੋਂ ਸਾਰਾ ਸਰੂਪ ਉਚਾਰਿਆ, ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਲਿਖਾਇਆ ਸੀ, ਉਸ ਵਕਤ ਸ੍ਰੀ ਅਖੰਡ ਪਾਠ ਕਰਾਇਆ ਸੀ। ਉੱਥੇ ਸ੍ਰੀ ਦਮਦਮੇ ਸਾਹਿਬ ਜੀ 48 ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਇਕਰਾਰ ਕੀਤਾ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਦੋਂ ਦੱਖਣੀ ਓਂਕਾਰ ਦੀ ਤੁਕ ਪੜ੍ਹਦਾ ਸੀ ਸਿੰਘ, ਕਰਤੇ ਕੀਮਤ ਕਰਤਾ ਜਾਣਾ ਕਿ ਜਾਣਾ ਸੁਰ ਗੁਰਸੂਰਾ, ਅੰਗ 930 ਦੇ ਉੱਪਰ ਆਇਆ ਦੱਖਣੀ ਓਂਕਾਰ ਦੀ ਬਾਣੀ। ਇਹ ਪੰਗਤੀ ਜੋ ਹੈ
ਕਰਤੇ ਕੀਮਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ ਸਿੱਖ ਨੇ ਕਿਹਾ। ਆਪ ਜੀ ਨੇ ਬਚਨ ਕੀਤਾ, ਕੈ ਜਾਣੈ ਨੂੰ ਕੇ ਜਾਣੈ ਕਿਉਂ ਪੜ੍ਹਦਾ। ਇੱਕ ਲੱਗ ਤੋਂ ਉਸ ਨੂੰ ਤਾੜਨਾ ਦਵਾਈ ਸੀ। ਉਸ ਸਿੰਘ ਦੇ ਬੇਨਤੀ ਕਰਨ ਤੇ ਕਿ ਮਹਾਰਾਜ ਜੀ ਬਾਣੀ ਪੜ੍ਹਦਿਆਂ ਥੱਪੜ ਵੱਜਣ ਤਾਂ ਪਰਲੋਕ ਵਿੱਚ ਕੀ ਹਾਲਤ ਹੋਵੇਗੀ।